ਸਦਾ ਸੁਹੇਲਾ ਕਰ ਰਹੇ ਜੀਓ। ਨੈਨੋ ਵੇਖ ਠਾਕੁਰ ਕਾ ਰੰਗ, ਸਾਧ ਸੰਗ ਬਿਨ ਸਹਿ ਸਭ ਸੰਗ। ਚਰਨ ਚਲੋ ਮਾਰਗ ਗੋਬਿੰਦ, ਮਿਟੇ ਪਾਪ ਜਪੀਐ ਹਰ ਬਿੰਦ। ਕਰ ਹਰ ਕਰਮ ਸ਼ਰਵਣ ਹਰ ਕਥਾ, ਹਰ ਦਰਗਹਿ ਨਾਨਕ ਉਜਲ ਮੱਥਾ। ਕਰ ਹਰ ਕਰਮ ਸ਼ਰਵਣ ਹਰ ਕਥਾ, ਹਰ ਦਰਗਹਿ ਨਾਨਕ ਉਜਲ ਮੱਥਾ। ਬੇਸ਼ੁਮਾਰ ਅਥਾ ਗਣਤ ਅਤੁਲੈ, ਜਿਉ ਮਿਲਾਵੋ ਤਿਉ ਨਾਨਕ ਦਾਸ ਬੋਲੇ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਆਸਾ ਤਿਪਦਾ ਇਕ ਤੁਕਾ, ਕਿਓ ਸਿੰਗਾਰ ਮਿਲਨ ਕੇ ਤਾਈ। ਹਰ ਨਾਮ ਮਿਲੇ ਜਗ ਜੀਵਨ ਗੁਸਾਈ। ਹਰ ਮੇਰੋ ਪਿਰ ਹੋ ਹਰ ਕੀ ਬਹੁਰੀਆ। ਰਾਮ ਬੜੇ ਮੈਂ ਤਨਕ ਲਹੁਰੀਆ। ਰਹਾਉ ਧਨ ਮੇਰੇ ਕੈ ਸੰਗ ਬਸੇਰਾ, ਸੇਜ ਏਕ ਪੈ ਮਿਲਨ ਦੁਹੇਰਾ। ਧਨ ਸੁਹਾਗਨ ਜੋ ਪੀਅ ਭਾਵੈ, ਕਹਿ ਕਬੀਰ ਮੇਰੇ ਜਨਮ ਨ ਆਵੈ। ਧਨ ਸੁਹਾਗਨ ਜੋ ਪੀਅ ਭਾਵੈ, ਕਹਿ ਕਬੀਰ ਮੇਰੇ ਜਨਮ ਨ ਆਵੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ। ਭਗਤ ਕਬੀਰ ਸਾਹਿਬ ਜੀ ਦਾ ਆਸਾ ਰਾਗ ਦੇ ਵਿੱਚ ਉਚਾਰਨ ਕੀਤਾ ਹੋਇਆ ਪਾਵਨ ਸ਼ਬਦ, ਜਿਸ ਦਾ ਪਾਠ ਆਪ ਜੀ ਨੇ ਇਸ ਸਮੇਂ ਸਰਵਣ ਕੀਤਾ ਹੈ। ਲੜੀਵਾਰ ਕਥਾ ਵਿਚਾਰ ਦੇ ਤਹਿਤ ਭਗਤ ਕਬੀਰ ਸਾਹਿਬ ਜੀ ਅੱਜ ਦੇ ਇਸ ਪਾਵਨ ਸ਼ਬਦ ਵਿੱਚ ਜੋ ਸਾਨੂੰ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ। ਭਗਤ ਕਬੀਰ ਸਾਹਿਬ ਜੀ ਨੇ ਇੱਥੇ ਇਸਤਰੀ ਦਾ ਅਲੰਕਾਰ ਵਰਤ ਕੇ ਜੀਵ ਆਤਮਾ ਦਾ ਪਰਮਾਤਮਾ ਨਾਲ ਮਿਲਾਪ ਕਿਉਂ ਨਹੀਂ ਹੋ ਰਿਹਾ ਔਰ ਕਿਵੇਂ ਹੋ ਸਕਦਾ ਹੈ, ਉਹ ਉਪਦੇਸ਼ ਦੇਣਾ ਕੀਤਾ ਹੈ। ਜੋ ਇਸਤਰੀ ਹੈ, ਆਪਾਂ ਵੇਖਦੇ ਹਾਂ ਸਾਡੇ ਜੀਵਨ ਦੇ ਵਿੱਚ ਇਸਤਰੀ ਦੀ ਬਹੁਤ ਵੱਡੀ ਦੇਣ ਹੈ, ਮਹਾਨਤਾ ਹੈ। ਇਸਤਰੀ ਸਾਡੀ ਮਾਂ ਹੈ, ਸਾਡੀ ਭੈਣ ਹੈ, ਧੀ ਹੈ, ਪਤਨੀ ਹੈ। ਇਸਤਰੀ ਦੇ ਬਹੁਤ ਰੂਪ ਹਨ। ਗੁਰੂ ਪਾਤਸ਼ਾਹ ਜੀ ਨੇ ਗੁਰਬਾਣੀ ਦੇ ਵਿੱਚ ਉਹੀ ਅਲੰਕਾਰ ਵਰਤ ਕੇ ਸਾਨੂੰ ਪਰਮਾਤਮਾ ਦੀ ਭਗਤੀ ਕਰਨ ਵਾਸਤੇ ਉਪਦੇਸ਼ ਦਿੱਤਾ ਹੈ, ਜੋ ਸਾਡੇ ਰੋਜ਼ਾਨਾ ਦੇ ਜੀਵਨ ਦੇ ਵਿੱਚ ਸਾਡੇ ਨਾਲ ਸੰਬੰਧਿਤ ਹਨ। ਬੜਾ ਸੌਖਾ ਕਰ ਦਿੱਤਾ। ਜੇਕਰ ਵਿਧਾਂਤ ਦੇ ਪ੍ਰਮਾਣ ਦਿੱਤੇ ਜਾਣ ਤੇ ਆਮ ਸਰੋਤੇ ਉਸ ਗੱਲ ਨੂੰ ਨਹੀਂ ਸਮਝ ਸਕਣਗੇ। ਵਿਧਾਂਤ ਉਹਦੇ ਵਿੱਚ ਜੋ ਗੱਲ ਆਖੀ ਗਈ ਹੈ, ਆਖੀ ਤਾਂ ਭਗਤੀ ਦੀ ਹੋਈ, ਪਰ ਉਹ ਬੜੀ ਗੂੜ੍ਹਤਾ ਦੇ ਵਿੱਚ ਹੈ। ਤੋ ਇਸ ਕਰਕੇ ਸਾਨੂੰ ਉਹੀ ਪ੍ਰਮਾਣ ਮਹਾਰਾਜ ਜੀ ਨੇ ਸੌਖੇ ਰੂਪ ਦੇ ਵਿੱਚ ਜਿਹੜੇ ਹਨ
ਭਗਤੀ ਵਾਸਤੇ ਬਚਨ ਕੀਤੇ ਹਨ, ਜਿਨ੍ਹਾਂ ਦੇ ਨਾਲ ਮਨੁੱਖ ਸੁਖੈਨ ਹੀ ਪਰਮਾਤਮਾ ਦੀ ਭਗਤੀ ਕਰਕੇ ਵਾਹਿਗੁਰੂ ਦੇ ਵਿੱਚ ਅਭੇਦ ਹੋ ਸਕਦਾ ਹੈ। ਆਪਾਂ ਵੇਖਦੇ ਹਾਂ ਜੋ ਇਸਤਰੀ ਹੈ ਉਹ ਆਪਣੇ ਜੀਵਨ ਦੇ ਵਿੱਚ ਆਪਣੇ ਪਤੀ ਨੂੰ ਪ੍ਰਸੰਨ ਕਰਨ ਵਾਸਤੇ, ਖੁਸ਼ ਕਰਨ ਵਾਸਤੇ ਸ਼ਿੰਗਾਰ ਕਰਦੀ ਹੈ। 16 ਤਰ੍ਹਾਂ ਦੇ ਸ਼ਿੰਗਾਰ ਪੁਰਾਤਨ ਗ੍ਰੰਥਾਂ ਦੇ ਵਿੱਚ ਦੱਸੇ ਗਏ ਨੇ। ਇਸਤਰੀ ਦੇ 16 ਸ਼ਿੰਗਾਰ ਔਰ 32 ਗੁਣ ਦੱਸੇ ਗਏ ਨੇ ਕਿ ਜਿਸ ਇਸਤਰੀ ਦੇ ਵਿੱਚ ਇਹ 32 ਗੁਣ ਹੋਣ, ਇਹ 16 ਸ਼ਿੰਗਾਰ ਉਹ ਕਰਦੀ ਹੋਵੇ, ਉਸ ਦਾ ਪਤੀ ਖੁਸ਼ ਹੁੰਦਾ ਹੈ, ਪ੍ਰਸੰਨ ਹੁੰਦਾ ਹੈ, ਵਾ ਉਸ ਨੂੰ ਦੁਨੀਆ ਦਾ ਸਭ ਸੁੱਖ ਮਿਲ ਜਾਂਦਾ ਹੈ। ਉਹੀ ਪ੍ਰਮਾਣ ਵਰਤ ਕੇ ਇੱਥੇ ਗੁਰਬਾਣੀ ਦੇ ਵਿੱਚ ਸਾਨੂੰ ਬਾਣੀ ਦੇ ਦੁਆਰਾ ਪਰਮਾਤਮਾ ਦੇ ਨਾਲ ਜੋੜਿਆ ਹੈ। ਦੂਸਰਾ ਇਹ ਵੀ ਹੈ, ਸ਼ਿੰਗਾਰ ਕਰਨ ਦੀ ਲੋੜ ਕਿਉਂ ਪੈਂਦੀ ਹੈ। ਸ਼ਿੰਗਾਰ ਕਰਨ ਦੀ ਲੋੜ ਉੱਥੇ ਪੈਂਦੀ ਹੈ ਜਿੱਥੇ ਕਮੀ ਹੋਵੇ, ਉਸ ਚੀਜ਼ ਨੂੰ ਫਿਰ ਸ਼ਿੰਗਾਰਿਆ ਜਾਂਦਾ ਵੀ ਉਹ ਸੋਹਣੀ ਲੱਗੇ, ਸੁੰਦਰ ਲੱਗੇ। ਉਸ ਕਮੀ ਨੂੰ ਦੂਰ ਕਰਕੇ ਉਹ ਚੀਜ਼ ਫਿਰ ਦੁਨੀਆ ਵਿੱਚ ਕੋਈ ਵੀ ਹੈ ਸੁੰਦਰ ਬਣ ਜਾਂਦੀ ਹੈ। ਜਿਵੇਂ ਆਪਾਂ ਵੇਖਦੇ ਹਾਂ ਗੱਡੀਆਂ, ਮੋਟਰਸਾਈਕਲ, ਜੋ ਕੁਝ ਵੀ, ਕੱਪੜਾ ਲੀੜਾ, ਇਹਦੇ ਉੱਪਰ ਵੀ ਸ਼ਿੰਗਾਰ ਕੀਤਾ ਹੁੰਦਾ, ਭਾਵ ਰੰਗ ਕੀਤਾ ਹੁੰਦਾ, ਕਈ ਤਰ੍ਹਾਂ ਕਰਕੇ ਇਹਨੂੰ ਵੀ ਸ਼ਿੰਗਾਰਿਆ ਹੁੰਦਾ ਹੈ। ਉਸ ਨੂੰ ਉਹਦੀ ਦਿੱਖ ਬੜੀ ਸੋਹਣੀ ਹੁੰਦੀ ਹੈ, ਅਤੇ ਜਿਹੜਾ ਕੋਈ ਵਸਤੂ ਲੈਣ ਵਾਲਾ ਹੈ ਉਹ ਵੇਖ ਕੇ ਉਹਦੀ ਵਸਤੂ ਦੀ ਬਾਹਰਲੀ ਦਿੱਖ ਨੂੰ ਖਰੀਦ ਲੈਂਦਾ ਹੈ, ਪਰ ਉਹਦੇ ਅੰਦਰ ਵੀ ਉਹ ਕੁਆਲਿਟੀ ਹੋਣੀ ਚਾਹੀਦੀ। ਜੋ ਬਾਹਰੋਂ ਦਿਖਾਈ ਦੇ ਰਿਹਾ ਸ਼ਿੰਗਾਰ ਕੀਤਾ ਹੋਇਆ, ਉਹ ਸ਼ਿੰਗਾਰ ਦੀ ਕੁਆਲਿਟੀ ਅੰਦਰ ਵੀ ਬਿਲਕੁਲ ਓਨਾ ਹੀ ਸੋਹਣਾ ਹੋਣਾ ਚਾਹੀਦਾ ਹੈ, ਓਨੀ ਕੁਆਲਿਟੀ ਹੋਣੀ ਚਾਹੀਦੀ ਹੈ। ਕੋਈ ਇਸਤਰੀ ਬਾਹਰੋਂ ਭਾਵੇਂ ਕਿੰਨੇ ਸ਼ਿੰਗਾਰ ਕਰ ਲਏ, ਪਰ ਜੇਕਰ ਉਹਦੇ ਅੰਦਰ ਆਪਣੇ ਪਤੀ ਦੇ ਪ੍ਰਥਾਏ ਸਤਿਕਾਰ ਨਹੀਂ ਹੈ, ਇੱਜ਼ਤ ਨਹੀਂ ਹੈ, ਪਿਆਰ ਨਹੀਂ ਹੈ, ਤਾਂ ਉਹਦਾ ਬਾਹਰਲਾ ਕੀਤਾ ਹੋਇਆ ਸ਼ਿੰਗਾਰ ਵੀ ਗੁਰਬਾਣੀ ਕਹਿੰਦੀ ਹੈ ਵਿਅਰਥ ਹੈ। ਉਹ ਕਿਸੇ ਅਰਥ ਨਹੀਂ ਹੈ, ਕਿਸੇ ਮਾਇਨੇ ਨਹੀਂ ਹੈ। ਔਰ ਲੋਕ ਵੀ ਕਹਿ ਦਿੰਦੇ ਨੇ, ਕੋਈ ਇਸਤਰੀ ਭਾਵੇਂ ਕਿੰਨਾ ਸ਼ਿੰਗਾਰ ਕਰੇ ਪਰ ਆਪਣੇ ਪਤੀ ਨਾਲ ਲੜਦੀ ਹੋਵੇ, ਆਂਢ ਗੁਆਂਢ ਵਿੱਚ ਉਹਦੀ ਆਵਾਜ਼ ਜਾਂਦੀ ਹੋਵੇ, ਅਤੇ ਲੋਕ ਗਲੀ ਮਹੱਲੇ ਵਾਲੇ ਨਗਰ ਦੇ ਕਹਿ ਦਿੰਦੇ ਨੇ ਵੀ ਇਹ ਦੇਖੋ ਉੱਦਾਂ ਤਾਂ ਬੜੀ ਸੁਹਾਗਣ ਬਣੀ ਹੋਈ ਹੈ ਪਰ ਆਪਣੇ ਪਤੀ ਦਾ ਸਤਿਕਾਰ ਨਹੀਂ ਕਰਦੀ, ਅਤੇ ਆਪਣੇ ਘਰ ਦੇ ਵਿੱਚ ਰੋਜ਼ ਕਲੇਸ਼ ਪਾ ਕੇ ਰੱਖਦੀ ਹੈ। ਜਿਵੇਂ ਭਾਈ ਗੁਰਦਾਸ ਜੀ ਲਿਖਦੇ ਨੇ, ਪੂਛਤ ਸੁਹਾਗਣ ਕਰਮ ਦੁਹਾਗਣ ਕੈ, ਹਿਰਦੈ ਵਿਵਚਾਰ ਕਤ ਸੇਜਾ ਬੁਲਾਈਐ। ਪੁੱਛਦੀ ਸੁਹਾਗਣ ਨੂੰ ਹੈ ਵੀ ਤੇਰੇ ਤੇ ਤੇਰਾ ਪਤੀ ਬੜਾ ਪ੍ਰਸੰਨ ਹੈ, ਤੇਰੇ ਚਿਹਰੇ 'ਤੇ ਬੜੀ ਰੌਣਕ ਹੈ, ਖੁਸ਼ੀ ਹੈ, ਅਤੇ ਕੀ ਕਾਰਨ ਵੀ ਸਾਰਾ ਕੁਝ ਮੇਰੇ ਕੋਲ ਘਰ-ਬਾਰ ਹੈ, ਪਤੀ ਹੈ, ਪਰ ਮੇਰੇ ਕੋਲ ਉਹ ਆਨੰਦ, ਉਹ ਖੁਸ਼ੀ ਨਹੀਂ ਹੈ। ਅਤੇ ਸੁਹਾਗਣ ਅੱਗੋਂ ਕਹਿ ਦਿੰਦੀ, ਭੈਣੇ ਤੇਰੇ ਵਿੱਚ ਇਹ ਕਮੀ ਹੈ ਕਿ ਤੇਰੀ ਜ਼ੁਬਾਨ ਕੌੜੀ ਹੈ, ਜਾਂ ਜੋ ਕੁਝ ਵੀ ਹੈ ਉਹ ਦੱਸ ਦਿੰਦੀ ਹੈ। ਇਸੇ ਤਰ੍ਹਾਂ ਇਹ ਪ੍ਰਮਾਣ ਦੇ ਕੇ ਸਾਨੂੰ ਗੁਰਬਾਣੀ ਵਿੱਚ ਸਮਝਾਇਆ ਹੈ ਕਿ ਜੀਵ ਬਾਹਰੋਂ ਧਾਰਮਿਕ ਲੱਗਦਾ ਹੈ, ਜੀਵ ਆਤਮਾ ਜਿੰਨੇ ਵੀ ਸਾਰੇ ਜੀਵ ਨੇ ਇਸਤਰੀ ਰੂਪ ਨੇ, ਪਰਮਾਤਮਾ ਪਤੀ ਹੈ, ਠਾਕਰ ਏਕ ਸਵਾਈ ਨਾਰ। ਪਰ ਮਨੁੱਖ ਨੇ ਬਾਹਰੋਂ ਧਰਮ ਦਾ ਲਿਬਾਸ ਪਾ ਲਿਆ ਸੁਹਾਗਣ ਵਾਲਾ, ਗੁਰਮੁਖ,
पर अंदर वाहिगुरू दा सत्कार नहीं है, अंदर वाहिगुरू दा भै नहीं है, अंदर वाहिगुरू नाल प्रेम नहीं है। ते किवें ये जीव परमात्मा दे दर ते प्रवान हो सकता है? कदाचित भी प्रवान नहीं होवेगा। बाहरों भावें इहने श्रृंगार कीता है कई तरह का, भाव ये तीर्थां ते भी जाता है, नेम भी रखता है, बाणी भी पढ़ता है, सारे कर्म करता है, पर अंदर प्रेम नहीं आया, फिर ये प्रवान नहीं होवेगी। ਜਾਂ ਉਹ ਇਸਤਰੀ ਵੀ ਪਤੀ ਦੇ ਘਰ ਵਿੱਚ ਸਤਿਕਾਰ ਨਹੀਂ ਪ੍ਰਾਪਤ ਕਰਦੀ, ਜਿਸ ਦੇ ਅੰਦਰ ਲਾਲਚ ਭਰਿਆ ਹੋਵੇ, ਬਸ ਲਾਲਚ ਵਾਸੀ ਉਹ ਕੋਈ ਕੰਮ ਕਰਦੀ ਹੈ। ਜਿਵੇਂ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਬਚਨ ਨੇ, ਇਹ ਤਨ ਮਾਇਆ ਪਾਇਆ ਪਿਆਰੇ, ਲੀਤੜਾ ਲੱਭ ਰੰਗਾਏ, ਮੇਰਾ ਕੰਤ ਨਾ ਭਾਵੈ ਚੋਲੜਾ ਪਿਆਰੇ, ਕਿਉ ਧਨ ਸੇਜੈ ਜਾਏ। ਉੱਥੇ ਵੀ ਮਹਾਰਾਜ ਨੇ ਇਸਤਰੀ ਦਾ ਪ੍ਰਮਾਣ ਦਿੱਤਾ ਹੈ। ਬਸ ਉਹਦੇ ਅੰਦਰ ਇਹੀ ਲਾਲਚ ਹੈ, ਮੈਨੂੰ ਪਤੀ ਵਧੀਆ ਤੋਂ ਵਧੀਆ ਸੂਟ ਲੈ ਦੇਵੇ, ਵਧੀਆ ਤੋਂ ਵਧੀਆ ਪਦਾਰਥ ਖਾਣ ਵਾਲੇ ਹੋਣ, ਪਰ ਪਤੀ ਦਾ ਕਹਿਣਾ ਨਹੀਂ ਮੰਨਣਾ। ऐसी इस्त्री भी महाराज कहते प्रवान नहीं है। ये तन माया पाया प्यारे, लीतड़ा लभ रंगाए। लभ का इनू रंग चढ़िया होया है, दुनिया के पदार्थां की ही मंग है। जिवें आपां गुरु कोल आके रोज़ यही मंगीए भी मैनू गड्डी दे दे, कोठी दे दे, नौकरी दे दे, पदार्थ दे दे, ये दे दे, वो दे दे, पर गुरु नाल प्रेम ना रखीए अंदरों, ਤਾਂ ਐਸਾ ਜੀਵ ਪਦਾਰਥ ਤਾਂ ਲੈ ਲਵੇਗਾ, ਪਰ ਗੁਰੂ ਦੀ ਉਹ ਬਖਸ਼ਿਸ਼ ਨਹੀਂ ਮਿਲੇਗੀ ਜਿਹੜੀ ਰੂਹਾਨੀਅਤ ਦੀ ਚਾਹੀਦੀ ਹੈ। ਉਹ ਬਖਸ਼ਿਸ਼ ਨਹੀਂ ਮਿਲੇਗੀ, ਉਹ ਰਸ ਨਹੀਂ ਮਿਲੇਗਾ। ਇਹ ਤਨ ਮਾਇਆ ਪਾਇਆ ਪਿਆਰੇ, ਲੀਤੜਾ ਲੱਭ ਰੰਗਾਏ। ਇਹਨੂੰ, ਇਸ ਤਨ ਨੂੰ ਤਾਂ ਇਹਨੇ ਲੱਭ ਦੇ ਰੰਗ ਵਿੱਚ ਹੀ ਮਾਇਆ ਦੀ ਪਾਹ ਲੱਗ ਗਈ ਹੈ। ਬਸ ਖਾਣਾ ਪੀਣਾ ਸੌਣਾ ਇਹ ਚੀਜ਼ਾਂ ਨੇ। ਤੇ ਮਹਾਰਾਜ ਕਹਿੰਦੇ ਐਸੀ ਇਸਤਰੀ ਉਹ ਕਿਵੇਂ ਰੱਬ ਦੇ ਨਾਲ ਮਿਲਾਪ ਕਰ ਸਕਦੀ? ਭਾਵ ਐਸੀ ਜੀਵ ਆਤਮਾ ਰੱਬ ਨਾਲ ਨਹੀਂ ਮਿਲ ਸਕਦੀ। ਅੱਗੇ ਮਹਾਰਾਜ ਹੋਰ ਵੀ ਕਿਰਪਾ ਕਰਦੇ ਨੇ। ਇਹ ਆਨੜੀਏ ਮਾਨੜਾ ਕਾਏ ਕਰੇ, ਆਪਨੜੈ ਘਰ ਹਰ ਰੰਗੋ ਕੀ ਨਾ ਮਾਣੇ। ਸ਼ੌ ਨੇੜੇ ਧਨ ਕਮਲੀਏ, ਬਾਰ ਕਿਆ ਟੁਡੇਹ, ਭੈ ਕੀਆਂ ਦੇ ਸਲਾਈਆਂ, ਨੈਣੀ ਭਾਵ ਕਾ ਕਰ ਸਿਗਾਰੋ। ਤਾਂ ਸੁਹਾਗਣ ਜਾਣੀਐ ਲਾਗੀ, ਜਾਂ ਸ਼ਹੁ ਧਰੇ ਪਿਆਰੋ। ਹੁਣ ਇੱਕ ਤਾਂ ਪਹਿਲਾਂ ਇਹ ਔਗਣ ਆ ਗਿਆ ਵੀ ਪਦਾਰਥਾਂ ਕਰਕੇ ਹੀ ਸੰਬੰਧ ਹੈ। ਜੇ ਪਦਾਰਥ ਨਹੀਂ ਮਿਲਦੇ, ਆਪਾਂ ਵੇਖਦੇ ਹਾਂ ਕਈ ਇਸਤਰੀਆਂ ਲੜ ਕੇ ਪਤੀ ਦਾ ਘਰ ਛੱਡ ਕੇ ਚਲੀਆਂ ਜਾਂਦੀਆਂ ਨੇ ਵੀ ਇਹਦੇ ਘਰ ਵਿੱਚੋਂ ਮੈਨੂੰ ਕੋਈ ਵਧੀਆ ਪਦਾਰਥ ਪਾਣ ਨੂੰ ਖਾਣ ਨੂੰ ਨਹੀਂ ਮਿਲਦਾ, ਮੈਂ ਨਹੀਂ ਇਹਦੇ ਘਰ ਵਿੱਚ ਰਹਿਣਾ। ਪਦਾਰਥ ਕਰਕੇ ਹੀ ਸੰਬੰਧ ਸੀ ਇਸਤਰੀ ਔਰ ਪਤੀ। ਬਾਣੀ ਵਿੱਚ ਮਹਾਰਾਜ ਨੇ ਕਿਹਾ ਹੈ ਸੰਬੰਧ ਪਦਾਰਥ ਦਾ ਨਹੀਂ, ਧਨ ਫਿਰ ਇਹ ਨਾ ਆਖੀਐ ਬਹਿਨ ਇਕੱਠੇ ਹੋਏ, ਏਕ ਜੋਤ ਦੋਏ ਮੂਰਤੀ, ਧਨ ਫਿਰ ਕਹੀਐ ਸੋਏ। ਇਸਤਰੀ ਪਤੀ ਪਤਨੀ ਦਾ ਰਿਸ਼ਤਾ ਬੜਾ ਉੱਚਾ ਹੈ। ਮਹਾਰਾਜ ਕਹਿੰਦੇ ਜਿੱਥੇ ਦੋਵਾਂ ਦੀ ਸੁਰ ਮਿਲ ਜਾਵੇ ਨਾ, ਇੱਕ ਹੋ ਜਾਣ, ਉੱਥੇ ਰੱਬ ਨੂੰ ਲੱਭਣ ਦੀ ਲੋੜ ਨਹੀਂ ਹੈ। ਉੱਥੇ ਸਮਝ ਲਓ ਪਰਮਾਤਮਾ ਪ੍ਰਗਟ ਹੋ ਗਿਆ ਹੈ। ਪਰ ਪਤੀ ਕਿਸੇ ਪਾਸੇ ਜਾਂਦਾ ਹੈ, ਪਤਨੀ ਕਿਸੇ ਪਾਸੇ ਜਾਂਦੀ ਹੈ, ਸੁਰ ਮਿਲਦੀ ਨਹੀਂ, ਘਰ ਨਰਕ ਬਣ ਜਾਂਦਾ ਹੈ। ਮਹਾਰਾਜ ਕਹਿੰਦੇ ਇੱਕ ਤਾਂ ਮਾਣ ਛੱਡ ਦੇ, ਇਹ ਆਨੜੀਏ ਮਾਨੜਾ ਕਾਏ ਕਰੇ। ਬੜੀ ਸੋਹਣੀ ਇੱਕ ਸਾਖੀ ਵਿਦਵਾਨ ਪੁਰਸ਼ ਸੁਣਾਉਂਦੇ ਸਨ ਕਿ ਇੱਕ ਇਸ ਬੱਚੀ ਜਿਹੜੀ ਨੌਜਵਾਨ, ਉਹਦਾ ਵਿਆਹ ਹੋਇਆ ਅਤੇ ਪਤੀ ਦੇ ਘਰ ਗਈ, ਵਿਆਹੀ ਹੋਈ। ਥੋੜ੍ਹਾ ਸਮਾਂ ਲੰਘਿਆ, 2-4 ਮਹੀਨੇ,
ਤੇ ਉਹ ਆਪਣੇ ਕਿਸੇ ਗੱਲ ਤੋਂ ਪਤੀ ਦੇ ਨਾਲ ਬਹਿਸ ਹੋ ਗਈ ਤੇ ਉਹਨੂੰ ਮਾਣ ਆ ਗਿਆ, ਕਿਉਂਕਿ ਅਜੇ ਪਤੀ ਦੇ ਘਰ ਨੂੰ ਪੂਰਾ ਐਕਸਪੈਕਟ ਨਹੀਂ ਸੀ ਕੀਤਾ ਤੇ ਉਹਨੂੰ ਮਾਣ ਆ ਗਿਆ ਆਪਣੇ ਪਿਤਾ ਦੇ ਘਰ ਦੇ ਵਿੱਚ ਜਿਵੇਂ ਉਹ ਜੀਵਨ ਜੀਵਦੀ ਸੀ। ਉਸ ਗੱਲ ਦਾ ਮਾਣ ਕਰਨ ਲੱਗੀ, ਆਪਣੇ ਪਤੀ ਨੂੰ ਕਹਿੰਦੀ ਵੀ ਮੈਨੂੰ ਬਹੁਤਾ ਦਬਕਾ ਨਾ ਮਾਰ, ਮੇਰੇ ਪਿਤਾ ਦੇ ਘਰ ਵਿੱਚ ਬੜਾ ਕੁਝ ਹੈ, ਮੈਂ ਉੱਥੇ ਚਲੀ ਜਾਵਾਂਗੀ, ਜੇ ਵੀ ਤੂੰ ਬਹੁਤਾ ਕੁਝ ਕਹੇਗਾ ਮੈਂ ਛੱਡ ਕੇ ਚਲੀ ਜਾਵਾਂਗੀ। ਮੇਰੇ ਪਿਤਾ ਦੇ ਘਰ ਵਿੱਚ ਬਹੁਤ ਕੁਝ ਹੈ, ਮਾਣ ਹੈ, ਹੰਕਾਰ ਹੈ। ਸਮਾਂ ਲੰਘ ਗਿਆ, ਬੱਚੇ ਹੋ ਗਏ, ਕਹਿੰਦੇ ਹਨ ਫਿਰ ਕਿਸੇ ਗੱਲ ਤੋਂ ਬਹਿਸ ਹੋ ਗਈ ਤੇ ਫਿਰ ਉਹ ਇਸਤਰੀ ਹੁਣ ਕਹਿੰਦੀ ਹੈ, ਹੁਣ ਜਦੋਂ ਤੱਕ ਬੱਚੇ ਹੋਏ, ਸਮਾਂ ਪੈ ਗਿਆ ਤੇ ਮਾਂ ਪਿਓ ਦੇ ਘਰ ਦਾ ਮੋਹ ਕੁਝ ਘਟ ਗਿਆ, ਉੱਥੋਂ ਵੀ ਉਸ ਤਰ੍ਹਾਂ ਦਾ ਪਿਆਰ ਮਿਲਣਾ ਘਟ ਗਿਆ। ਹੁਣ ਆਪਣੇ ਬੱਚਿਆਂ ਦਾ ਮਾਣ ਕਰਦੀ ਹੈ ਕਿ ਵੇਖੋ ਮੈਨੂੰ ਬਹੁਤਾ ਨਾ ਤੁਸੀਂ ਆਖੋ, ਮੇਰੇ ਬੱਚੇ ਮੇਰੀ ਸੰਭਾਲ ਕਰਨਗੇ, ਮੈਨੂੰ ਮੇਰੀ ਸੇਵਾ ਕਰਿਆ ਕਰਨਗੇ, ਮੈਨੂੰ ਖੱਟ ਕੇ ਕਮਾ ਕੇ ਖਵਾਉਣਗੇ। ਪਤੀ ਫਿਰ ਚੁੱਪ ਹੋ ਗਿਆ, ਕਹਿੰਦੇ ਸਮਾਂ ਆਇਆ, ਬੱਚੇ ਜਵਾਨ ਹੋ ਗਏ ਤੇ ਵਿਆਹ ਕਰ ਦਿੱਤਾ। ਜਦੋਂ ਵਿਆਹ ਕਰ ਦਿੱਤਾ, ਨੂੰਹਾਂ ਆ ਗਈਆਂ। ਕੁਝ ਸਮੇਂ ਬਾਅਦ ਨੂੰਹਾਂ ਨੇ ਆਪਣਾ ਕਰਮ ਕੀਤਾ, ਉਹ ਮਾਤਾ ਨੂੰ ਹੁਣ ਦਬਕੇ ਮਾਰਨ ਲੱਗ ਪਈਆਂ, ਬਜ਼ੁਰਗ ਹੋ ਗਈ ਉਹੀ ਬੀਬੀ। ਤੇ ਅੱਜ ਨੂੰਹਾਂ ਨੇ ਬੜੀ ਝਾੜ ਝੰਬ ਕੀਤੀ ਤੇ ਅੱਜ ਉਹਨੂੰ ਪਤਾ ਲੱਗਾ ਪਤੀ ਦੀ ਵੈਲਿਊ ਕੀ ਹੈ, ਪਤੀ ਦਾ ਮੇਰੇ ਜੀਵਨ ਵਿੱਚ ਕੀ ਰੋਲ ਹੈ। ਬਜ਼ੁਰਗ ਹੋਇਆਂ ਸਮਝ ਆਈ, ਜਦੋਂ ਪਿਛਲੇ ਜਿਹੜੇ ਸਹਾਰੇ ਸੀ ਉਹ ਸਾਰੇ ਟੁੱਟ ਗਏ। ਹੁਣ ਮਾਂ ਪਿਓ ਦੇ ਘਰ ਵੀ ਪੁੱਛ ਗਿੱਛ ਨਹੀਂ ਰਹੀ, ਕਿਉਂਕਿ ਉੱਥੇ ਵੀ ਨਵੀਂ ਜਨਰੇਸ਼ਨ ਆ ਗਈ, ਉਹ ਵੀ ਇੰਨੀ ਖਿਆਲ ਨਹੀਂ ਕਰਦੇ। ਪੁੱਤਰ ਵੀ ਬੱਚੇ ਵੀ ਜਵਾਨ ਹੋ ਗਏ, ਵਿਆਹੇ ਗਏ, ਨੂੰਹਾਂ ਆ ਗਈਆਂ, ਉਹ ਵੀ ਆਪੋ ਆਪਣੇ ਘਰ ਵਾਲੇ ਹੋ ਗਏ, ਉਹ ਵੀ ਅੱਗੋਂ ਅੱਖਾਂ ਵਿਖਾਉਂਦੇ ਨੇ। ਤੇ ਅੱਜ ਜਦੋਂ ਨੂੰਹਾਂ ਨੇ ਦਬਕਾ ਮਾਰਿਆ, ਪੁੱਤਰਾਂ ਨੇ ਦਬਕਾ ਮਾਰਿਆ, ਤੇ ਉਹ ਆਪਣੇ ਪਤੀ ਦੇ ਚਰਨਾਂ ਵਿੱਚ ਪੈਰਾਂ ਵਿੱਚ ਆ ਕੇ ਬੈਠ ਗਈ। ਕਹਿਣ ਲੱਗੀ, ਸਿਰ ਦੀਆਂ ਸਾਈਆਂ ਵੀ ਤੇਰੇ ਬਿਨਾ ਮੇਰੀ ਕੋਈ ਔਕਾਤ ਨਹੀਂ ਹੈ। ਅੱਜ ਮੈਨੂੰ ਪਤਾ ਲੱਗਾ ਤੇਰੇ ਬਿਨਾ ਮੇਰੀ ਕੋਈ ਵੈਲਿਊ ਨਹੀਂ ਹੈ। ਤੇ ਉਹ ਪਤੀ ਬੜਾ ਪ੍ਰਸੰਨ ਹੋਇਆ। ਬਿਲਕੁਲ ਇਸੇ ਤਰ੍ਹਾਂ ਇਹੀ ਹਾਲ ਸਾਡਾ ਹੈ। ਕਿਤੇ ਆਪਾਂ ਨੂੰ ਮਾਣ ਹੈ ਸਾਡੀ ਪ੍ਰੋਪਰਟੀ ਦਾ, ਆਪਾਂ ਗੁਰੂ ਕੋਲ ਆਉਂਦੇ ਤਾਂ ਹਾਂ, ਪਰ ਸਾਨੂੰ ਮਾਣ ਹੈ ਵੀ ਮੈਂ ਬੜਾ ਪੜ੍ਹਿਆ ਲਿਖਿਆ, ਮੈਂ ਬੜਾ ਵਿਦਵਾਨ ਹਾਂ, ਮੇਰੇ ਕੋਲ ਧਨ ਹੈ, ਮੇਰੇ ਕੋਲ ਇੰਨੀ ਪ੍ਰੋਪਰਟੀ ਹੈ। ਗੁਰੂ ਨਾਲ ਅੰਦਰੋਂ ਪੂਰੀ ਖਿੱਚ ਨਹੀਂ ਬਣਦੀ ਸਾਡੀ। ਦੂਸਰਾ, ਫਿਰ ਸਾਨੂੰ ਮਾਣ ਹੁੰਦਾ ਹੈ ਵੀ ਮੈਂ ਇਹ ਜਪ ਕਰ ਰਿਹਾ ਹਾਂ, ਇਹ ਤਪ ਕਰ ਰਿਹਾ ਹਾਂ, ਇਹ ਨੇਮ ਕਰ ਰਿਹਾ ਹਾਂ। ਪਰ ਗੁਰਮੁਖੋ, ਜਦੋਂ ਕਿਤੇ ਹਉਮੈ ਦਾ ਇਹ ਹੰਕਾਰ ਦਾ ਮਹਿਲ ਟੁੱਟਦਾ ਹੈ, ਆਪਣੱਤ ਦਾ ਮਹਿਲ ਟੁੱਟਦਾ ਹੈ, ਫਿਰ ਪਤਾ ਲੱਗਦਾ ਹੈ ਮੇਰਾ ਗੁਰੂ ਮੇਰੇ ਵਾਸਤੇ ਕੀ ਹੈ। ਅਜੇ ਤੇ ਸਾਡਾ ਸੰਬੰਧ ਗੁਰੂ ਨਾਲ ਉਹੀ ਹੈ ਜਿਵੇਂ ਉਹ ਨਵੀਂ ਵਿਆਹੀ ਬੱਚੀ ਆਉਂਦੀ ਤੇ ਆਪਣੇ ਪੇਕੇ ਘਰ ਦਾ ਮਾਣ ਕਰਦੀ ਹੈ, ਆਪਣੇ ਫਿਰ ਬੱਚਿਆਂ ਦਾ ਮਾਣ ਕਰਦੀ ਹੈ। ਬਿਲਕੁਲ ਇਸੇ ਤਰ੍ਹਾਂ ਅਸੀਂ ਵੀ ਹੰਕਾਰ ਨਾਲ ਭਰੇ ਹੋਏ ਆਕੜਦੇ ਰਹਿੰਦੇ ਹਾਂ। ਗੁਰੂ ਨਾਲ ਸਾਡਾ ਉਹ ਪਿਆਰ ਨਹੀਂ ਬਣਦਾ। ਜਦੋਂ ਗੁਰੂ ਨਾਲ ਪਿਆਰ ਬਣਦਾ ਫਿਰ ਪਤਾ ਲੱਗਦਾ ਵੀ ਜੋ ਮੈਂ ਪਹਿਲਾਂ ਕਰ ਰਿਹਾ ਸੀ ਉਹ ਤਾਂ ਬਿਲਕੁਲ ਮੈਂ ਐਵੇਂ ਵਿਅਰਥ ਹੀ ਕੀਤਾ ਹੈ। ਬਾਬਾ ਫਰੀਦ ਜੀ, ਉਹਨਾਂ ਨੇ ਵੀ ਪ੍ਰਮਾਣ ਇਸਤਰੀ ਦਾ ਦੇ ਕੇ ਸਮਝਾਇਆ ਹੈ, ਕਿਉਂਕਿ ਆਰੰਭ ਵਿੱਚ ਬੇਨਤੀ ਕੀਤੀ ਹੈ ਇਸਤਰੀ ਦਾ ਸਾਡੇ ਜੀਵਨ ਵਿੱਚ ਬਹੁਤ ਵੱਡਾ ਰੋਲ ਹੈ। ਸਾਡੀ ਮਾਂ ਹੈ, ਭੈਣ ਹੈ, ਧੀ ਹੈ, ਪਤਨੀ ਹੈ, ਕਿੰਨੇ ਰਿਸ਼ਤੇ ਨੇ। ਤੇ ਬਾਬਾ ਫਰੀਦ ਜੀ, ਉਹਨਾਂ ਦਾ ਸਮਝਾਉਣ ਦਾ ਤਰੀਕਾ ਬੜਾ ਸੋਹਣਾ ਹੈ ਕਿ ਇੱਕ ਨਗਰ ਦੇ ਵਿੱਚ ਦੋ ਪਰਿਵਾਰ ਆਂਢ ਗੁਆਂਢ ਵਿੱਚ ਰਹਿ ਰਹੇ ਨੇ, ਪਰ ਉਹਨਾਂ ਪਰਿਵਾਰਾਂ ਵਿੱਚ ਫਰਕ ਕੀ ਹੈ।
ਇੱਕ ਘਰ ਦੇ ਵਿੱਚ ਪਦਾਰਥ ਬਹੁਤ ਨੇ ਪਰ ਸੁੱਖ ਨਹੀਂ ਹੈ, ਇੱਕ ਘਰ ਵਿੱਚ ਪਦਾਰਥ ਘੱਟ ਵੀ ਨੇ ਤਾਂ ਵੀ ਬੜਾ ਸੁੱਖ ਹੈ। ਅਕਸਰ ਤੁਸੀਂ ਵੇਖਦੇ ਹੋ ਜਦੋਂ ਪੁਰਸ਼ ਕੰਮ 'ਤੇ ਚਲੇ ਜਾਂਦੇ ਨੇ, ਜਿਹੜੀਆਂ ਭੈਣਾਂ ਹੁੰਦੀਆਂ ਨੇ ਬੀਬੀਆਂ, ਉਹ ਗੁਆਂਢਣਾ ਇੱਕ ਦੂਜੇ ਨਾਲ ਕੰਮ ਕਰਦਿਆਂ ਆਵਾਜ਼ ਮਾਰ ਲੈਂਦੀਆਂ ਨੇ, ਗੱਲ ਕਰਨ ਲੱਗ ਜਾਂਦੀਆਂ ਨੇ, ਘਰ ਦਾ ਦੁੱਖ ਸੁੱਖ ਸਾਂਝਾ ਕਰਦੀਆਂ ਨੇ। ਉਹ ਗਵਾਂਢਣ ਆਪਣੀ ਗਵਾਂਢਣ ਨੂੰ ਆਵਾਜ਼ ਮਾਰਦੀ ਅਤੇ ਪੁੱਛਦੀ ਇੱਕ ਗੱਲ ਕਿ ਕਹਿੰਦੀ ਕਈ ਦਿਨ ਦਾ ਮੇਰੇ ਮਨ ਵਿੱਚ ਚੱਲ ਰਿਹਾ ਸੀ, ਇੱਕ ਗੱਲ ਤੁਹਾਨੂੰ ਪੁੱਛਣੀ ਹੈ ਅਤੇ ਮਨ ਵਿੱਚ ਡਰ ਵੀ ਸੀ ਪੁੱਛਾਂਗੇ ਨਾ, ਪਰ ਅੱਜ ਮੈਂ ਤੁਹਾਨੂੰ ਗੱਲ ਇੱਕ ਪੁੱਛਣੀ ਹੈ ਵੀ ਤੁਹਾਡੇ ਘਰ ਵਿੱਚ ਸਾਡੇ ਜਿੰਨੇ ਪਦਾਰਥ ਨਹੀਂ ਨੇ, ਨਾ ਤੁਹਾਡਾ ਘਰ ਇੰਨਾ ਬਹੁਤ ਵਧੀਆ, ਸਾਡਾ ਘਰ ਵੀ ਬਹੁਤ ਵਧੀਆ, ਪਦਾਰਥ ਵੀ ਨੇ, ਪਰ ਤੁਹਾਡੇ ਘਰ ਵਿੱਚ ਹਮੇਸ਼ਾ ਹਾਸਿਆਂ ਦੀ ਆਵਾਜ਼ ਆਉਂਦੀ ਹੈ, ਸੁੱਖ ਆਉਂਦਾ ਦੀ ਪਤਾ ਲੱਗਦਾ ਹੈ। ਸਾਡੇ ਘਰ ਵਿੱਚ ਦੂਜੇ ਚੌਥੇ ਦਿਨ ਡਾਂਗ ਖੜਕ ਜਾਂਦੀ ਹੈ, ਕਲੇਸ਼ ਹੁੰਦਾ ਹੈ, ਅਤੇ ਕਾਰਨ ਕੀ ਹੈ? ਐਸਾ ਕੀ ਹੈ ਤੇਰੇ ਕੋਲ? ਕਿਹੜਾ ਮੰਤਰ ਤੂੰ ਪੜ੍ਹਦੀ ਹੈ? ਕਿਹੜੇ ਤੇਰੇ ਕੋਲ ਗੁਣ ਨੇ ਵੀ ਤੁਹਾਡੇ ਘਰ ਵਿੱਚ ਇੰਨੀਆਂ ਬਰਕਤਾਂ ਨੇ? ਤਾਂ ਉਹ ਸੁਹਾਗਣ ਜਿਹੜੀ ਹੈ ਗੁਆਂਢਣ, ਉਹ ਦੱਸਦੀ ਹੈ ਆਪਣੀ ਗੁਆਂਢਣ ਨੂੰ, ਭੈਣੇ ਇਹ ਚੀਜ਼ਾਂ ਨੇ, ਜੇ ਤੂੰ ਚਾਹੁੰਦੀ ਵੀ ਤੇਰੇ ਘਰ ਵਿੱਚ ਵੀ ਇਹ ਸਾਰੀਆਂ ਬਰਕਤਾਂ ਆ ਜਾਣ, ਇਹ ਸੁੱਖ ਆ ਜਾਣ, ਤੇ ਤੂੰ ਵੀ ਇਹ ਚੀਜ਼ਾਂ ਧਾਰਨ ਕਰ ਲੈ। ਬਸ ਜਦੋਂ ਇਹ ਕਰ ਲੇਂਗੀ, ਤੇਰਾ ਪਤੀ ਵੀ ਤੇਰਾ ਕਹਿਣਾ ਮੰਨੇਗਾ, ਘਰ ਵਿੱਚ ਸੁੱਖ ਮੰਗਲ ਆਨੰਦ ਹੋ ਜਾਣਗੇ। ਅਤੇ ਬਾਬਾ ਫਰੀਦ ਜੀ ਉਹ ਬਚਨ ਲਿਖਦੇ ਨੇ, ਉਹ ਪੁੱਛਦੀ ਗੁਆਂਢਣ ਪੁੱਛਦੀ ਹੈ ਆਪਣੀ ਗੁਆਂਢਣ ਨੂੰ ਕਿ ਕਵਣ ਸੋ ਅੱਖਰ ਕਵਣ ਗੁਣ ਕਵਣ ਸੋ ਮਣੀਆ ਮੰਤ ਕਵਣ ਸੋ ਵੇਸੋ ਹੋਂ ਕਰੀ ਜਿਤ ਵਸ ਆਵੈ ਕੰਤ। ਮੇਰਾ ਪਤੀ ਬੜਾ ਲੜਦਾ ਹੈ, ਘਰ ਵਿੱਚ ਕਲੇਸ਼ ਰਹਿੰਦਾ, ਦੱਸ ਵੀ ਸਾਡੇ ਘਰ ਵਿੱਚ ਕਿਵੇਂ ਖੁਸ਼ੀਆਂ ਹਾਸੇ ਆਉਣ? ਕਿਹੜਾ ਅੱਖਰ ਹੈ? ਔਰ ਕਵਣ ਸੋ ਅੱਖਰ ਕਵਣ ਗੁਣ, ਕਿਹੜੇ ਗੁਣ ਨੇ? ਕਿਹੜਾ ਸ਼੍ਰੋਮਣੀ ਮੰਤਰ ਮੈਂ ਧਾਰਨ ਕਰਾਂ? ਕਿਹੜਾ ਵੇਸ ਧਾਰਨ ਕਰਾਂ? ਮੇਰਾ ਪਤੀ ਮੇਰਾ ਕਹਿਣਾ ਮੰਨੇ, ਘਰ ਵਿੱਚ ਸੁੱਖ ਆਵੇ। ਅਤੇ ਬਾਬਾ ਫਰੀਦ ਜੀ ਕਹਿੰਦੇ ਨਿਵਣ ਸੋ ਅੱਖਰ ਖਵਣ ਗੁਣ ਜੇਵਾ ਮਣੀਆ ਮੰਤ, ਇਹ ਤ੍ਰੈ ਭੈਣੇ ਵੇਸ ਕਰ ਤਾਂ ਵਸ ਆਵੀ ਕੰਤ। ਬਾਬਾ ਫਰੀਦ ਜੀ ਕਹਿੰਦੇ ਇਹ ਤਿੰਨ ਚੀਜ਼ਾਂ ਧਾਰਨ ਕਰ ਲੈ। ਉਹ ਭੈਣ ਕਹਿੰਦੀ ਇੱਕ ਗੁਆਂਢਣ ਨੂੰ ਵੀ ਇਹ ਤਿੰਨ ਚੀਜ਼ਾਂ ਧਾਰਨ ਕਰ ਲੈ, ਤੇਰੇ ਘਰ ਵਿੱਚ ਵੀ ਖੁਸ਼ੀਆਂ ਹਾਸੇ ਆ ਜਾਣਗੇ। ਪਹਿਲਾ ਹੈ ਅੱਖਰ। ਕਿਹੜਾ ਅੱਖਰ ਪੜ੍ਹਾਂ? ਕਿਹੜੀ ਵਿੱਦਿਆ ਪੜ੍ਹਾਂ? ਕਿਹੜਾ ਐਸਾ ਅੱਖਰ ਜਿਹੜੀ ਹੈ ਵਿੱਦਿਆ ਤਾਲੀਮ ਲਵਾਂ? ਉਹ ਹੈ ਨਿਮਰਤਾ। ਸਭ ਤੋਂ ਵੱਡੀ ਹੈ ਨਿਮਰਤਾ। ਮਨੁੱਖ ਦੇ ਵਿੱਚ ਜੇ ਨਿਮਰਤਾ ਨਹੀਂ ਆਈ, ਝੁਕ ਨਹੀਂ ਸਕਦਾ ਅਤੇ ਕੁਝ ਨਹੀਂ ਲੈ ਸਕਦਾ ਕਿਸੇ ਵੀ ਥਾਂ ਤੋਂ। ਆਪਾਂ ਗੁਰੂ ਕੋਲ ਵੀ ਆਉਂਦੇ ਆ ਨਾ, ਮੱਥਾ ਟੇਕਦੇ ਹਾਂ, ਮੱਥਾ ਟੇਕਣ ਦਾ ਭਾਵ ਕੀ ਹੈ? ਨਿਮਰਤਾ, ਕਿ ਅਸੀਂ ਨਿਮ ਜਾਈਏ, ਨੀਵੇਂ ਹੋ ਜਾਈਏ। ਅਤੇ ਗੁਰੂ ਨਾਨਕ ਪਾਤਸ਼ਾਹ ਜੀ ਕਹਿੰਦੇ ਨੇ ਕਿ ਜਿਹੜਾ ਮਿੱਠਤ ਨੀਵੀਂ ਨਾਨਕਾ ਗੁਣ ਚੰਗਿਆਈਆਂ ਤਤ, ਕਿ ਨਿਭ ਜਾਵੇ। ਜਦੋਂ ਕਿਸੇ ਬੂਟੇ ਨੂੰ ਫਲ ਲੱਗਦਾ ਨਾ ਤਾਂ ਉਹ ਨਿਭ ਜਾਂਦਾ, ਧਰਤੀ ਵੱਲ ਹੋ ਜਾਂਦਾ ਹੈ। ਇਹ ਵਿੱਦਿਆ ਪੜ੍ਹਨੀ ਹੈ, ਇਹ ਤਾਲੀਮ ਲੈਣੀ ਹੈ, ਇਹ ਅੱਖਰ ਸਿੱਖਣੇ ਨੇ। ਆਪਣੇ ਅੰਦਰ ਨਿਮਰਤਾ ਆ ਜਾਵੇ। ਜੇ ਕੋਈ ਮਾੜਾ ਵੀ ਬੋਲਦਾ ਹੈ ਅਤੇ ਤਾਂ ਵੀ ਗੁਰੂ ਅਮਰਦਾਸ ਮਹਾਰਾਜ ਜੀ ਨੂੰ ਬਾਬਾ ਦਾਸੂ ਜੀ ਆ ਕੇ ਲੱਤ ਮਾਰਦੇ ਨੇ। ਗੁਰਤਾ ਗੁਰਗੱਦੀ ਦੇ ਸਿੰਘਾਸਣ ਤੋਂ ਮਹਾਰਾਜ ਜਿਹੜੇ ਸਿੰਘਾਸਣ 'ਤੇ ਬੈਠੇ ਨੇ, ਵਿਰਾਜਮਾਨ ਨੇ, ਥੱਲੇ ਗਿਰ ਜਾਂਦੇ ਨੇ ਅਤੇ ਬਾਬਾ ਦਾਤੂ ਜੀ ਦੀ ਵਾਹਿਗੁਰੂ ਲੱਤ ਪਕੜ ਕੇ ਘੁੱਟਣ ਲੱਗ ਜਾਂਦੇ ਨੇ। ਕਹਿਣ ਲੱਗੇ ਵੀ ਬਜ਼ੁਰਗ ਹੋ ਗਏ ਆ, ਸੇਵਾ ਕਰਕੇ ਜਿਹੜਾ ਸਰੀਰ ਬਿਰਧ ਕਠੋਰ ਹੋ ਗਿਆ, ਤੁਹਾਨੂੰ ਸੱਟ ਤਾਂ ਨਹੀਂ ਲੱਗੀ? ਗੁਰਤਾ ਗੁਰਗੱਦੀ ਦੇ ਮਾਲਕ ਬੈਠੇ ਦੇਖੋ, ਪਰ ਫਿਰ ਵੀ ਕਿੰਨੀ ਨਿਮਰਤਾ ਹੈ। ਤੋ ਪਹਿਲਾ ਇਹ ਮੰਤਰ ਹੈ। ਸਾਡੇ ਵੈਸੇ ਵੀ ਘਰ ਵਿੱਚ ਇਹ ਕੰਮ ਆਉਣ ਵਾਲਾ ਹੈ ਭੈਣਾਂ ਬੀਬੀਆਂ ਦੇ। ਆਪਣਾ ਜਿਹੜਾ ਸੰਸਾਰਕ ਜੀਵਨ, ਉਹਦੇ ਵਿੱਚ ਵੀ ਇਹ ਚੀਜ਼ ਕੰਮ ਆਉਣ ਵਾਲੀ ਹੈ। ਜੇ ਆਪਾਂ ਚਾਹੁੰਦੇ ਹਾਂ ਸਾਡੇ ਘਰ ਵਿੱਚ ਕਲੇਸ਼ ਨਾ ਆਵੇ, ਜੇ ਪਤੀ ਕੁਝ ਗੁੱਸੇ ਵਿੱਚ ਬੋਲਦਾ ਹੈ ਤਾਂ ਨਿਮਰਤਾ ਰੱਖੋ।
ਨਿਵਣ ਸੋ ਅੱਖਰ ਖਵਣ ਗੁਣ। ਜੋ ਕਹਿ ਦਿੱਤਾ ਉਹਨੂੰ ਆਪਣੇ ਅੰਦਰ ਖਪਾ ਲੈਣਾ ਹੈ, ਜਰ ਲੈਣਾ ਹੈ। ਨਿਵਣ ਸੋ ਅੱਖਰ ਖਵਣ ਗੁਣ, ਜੇਵਾ ਮਣੀਆ ਮੰਤ। ਤੇ ਅੱਗੇ ਬੋਲਣਾ ਨਹੀਂ ਹੈ ਫਾਲਤੂ ਰਸਨਾ ਦੇ ਨਾਲ। ਬਸ ਇਹ ਤਿੰਨ ਚੀਜ਼ਾਂ, ਨਿਮਰਤਾ ਔਰ ਕਿਸੇ ਦੇ ਕਹੇ ਹੋਏ ਬੋਲ ਨੂੰ ਸਹਾਰਨਾ। ਤੀਸਰਾ ਜਿਹੜਾ ਹੈ ਉਹ ਹੈ ਕਿ ਆਪਣੀ ਜੀਭਾ ਨੂੰ ਕੰਟਰੋਲ ਵਿੱਚ ਰੱਖਣਾ। ਮਹਾਰਾਜ ਬਾਣੀ ਵਿੱਚ ਵੀ ਕਹਿੰਦੇ, ਜਿੱਥੇ ਬੋਲਣ ਹਾਰੀ ਹੈ ਤਿੱਥੇ ਚੰਗੀ ਚੁੱਪ। ਚੁੱਪ ਦੇ ਵਿੱਚ ਕਹਿੰਦੇ ਆ ਨਾ, ਇੱਕ ਚੁੱਪ ਤੇ 100 ਸੁੱਖ। ਹਾਂ, ਮਹਾਰਾਜ ਨੇ ਕਿਹਾ ਉੱਥੇ ਜਬ ਲਗ ਦੁਨੀਆ ਰਹੀ ਹੈ, ਨਾਨਕ ਕੇ ਸੁਣੀਐ ਕਿਸ ਕਹੀਐ। ਸੰਤ ਮਹਾਰਾਜ ਇਹ ਵੀ ਬਚਨ ਆਖਦੇ ਨੇ ਕਿ ਸੰਤ ਮਿਲੈ ਕਿਸ ਕਹੀਐ ਸੁਣੀਐ। ਜੇ ਕੋਈ ਸੰਤ ਮਿਲੇ, ਰੱਬ ਦਾ ਪਿਆਰਾ ਮਿਲੇ, ਮਿਲੇ ਅਸੰਤ ਮਸਤ ਕਰ ਰਹੀ ਹੈ। ਸੰਤ ਮਿਲੇ ਤੇ ਉਹਦੇ ਕੋਲ ਕੁਝ ਕਹਿਣਾ ਸੁਣਨਾ ਚਾਹੀਦਾ, ਵੇਖਣਾ ਚਾਹੀਦਾ ਕਿੱਥੇ ਆਪਾਂ ਬੋਲਣਾ ਕਿ ਨਹੀਂ ਬੋਲਣਾ। ਤਾਂ ਇਸ ਤਰ੍ਹਾਂ ਸਾਡੇ ਹਿਰਦੇ ਰੂਪੀ ਘਰ ਦੇ ਵਿੱਚ ਆਨੰਦ ਬਣ ਜਾਵੇਗਾ। ਇਹ ਗੁਣ ਜਦੋਂ ਧਾਰਨ ਕਰ ਲਵਾਂਗੇ ਰੂਹਾਨੀ ਮੰਡਲ ਦੇ ਵਿੱਚ, ਇੱਕ ਤਾਂ ਗੁਰੂ ਦੇ ਅੱਗੇ ਨਿਮ ਜਾਈਏ, ਨਿਮਰਤਾ ਧਾਰਨ ਕਰ ਲਈਏ, ਆਕੜੀਏ ਨਾ ਗੁਰੂ ਦੇ ਅੱਗੇ। ਕਿਉਂਕਿ ਜੀਵ ਗੁਰੂ ਅੱਗੇ ਆ ਕੇ ਆਕੜਦਾ, ਮੈਂ ਵਿਦਵਾਨ ਹਾਂ, ਮੈਂ ਗਿਆਨਵਾਨ ਹਾਂ, ਮੇਰਾ ਪਰਿਵਾਰ ਇੰਨਾ, ਮੇਰੇ ਕੋਲ ਧਨ ਇੰਨਾ, ਮੈਂ ਇੰਨਾ ਵੱਡਾ ਅਫਸਰ ਹਾਂ, ਮੈਂ ਇੰਨੇ ਵੱਡੇ ਰੁਤਬੇ 'ਤੇ ਹਾਂ। ਇਹ ਮਾਣ ਛੱਡ ਦਈਏ। ਫਿਰ ਗੁਰੂ ਸਾਨੂੰ ਜੋ ਕਹਿੰਦਾ, ਜੇ ਗੁਰ ਝਿੜਕੇ ਤਾਂ ਮਿੱਠਾ ਲਾਗੈ। ਗੁਰੂ ਪਾਤਸ਼ਾਹ ਬਾਣੀ ਵੀ ਸਾਨੂੰ ਬਹੁਤ ਕੁਝ ਪਿਆਰ ਨਾਲ ਆਖਦੇ ਨੇ, ਸਖਤ ਤਾੜਨਾ ਵੀ ਕਰਦੇ ਨੇ। ਉਹਨਾਂ ਬੋਲਾਂ ਨੂੰ ਆਪਣੇ ਅੰਦਰ ਸਹਾਰਨਾ ਹੈ, ਉਹਨਾਂ ਨੂੰ ਆਪਣੇ ਜੀਵਨ ਵਿੱਚ ਧਾਰਨ ਕਰਨਾ। ਅਤੇ ਤੀਸਰਾ ਕਿ ਆਪਣੀ ਜੀਵਾ ਜਿਹੜੀ ਹੈ ਇਹਦੇ ਨਾਲ ਗੁਰੂ ਦੇ ਸ਼੍ਰੋਮਣੀ ਮੰਤਰ ਨੂੰ ਜਪਣਾ ਹੈ, ਗੁਰੂ ਦੀ ਬਾਣੀ ਨੂੰ ਪੜ੍ਹਨਾ ਹੈ। ਬਸ ਜਦੋਂ ਇਹ ਗੱਲਾਂ ਕਰ ਲਵਾਂਗੇ ਤਾਂ ਵਾਹਿਗੁਰੂ ਦੀ ਪ੍ਰਾਪਤੀ ਹੋ ਜਾਵੇਗੀ। ਬਾਬਾ ਕਬੀਰ ਸਾਹਿਬ ਜੀ ਫਰਮਾਨ ਕਰ ਰਹੇ ਨੇ, ਆਓ ਸ਼ਬਦ ਨਾਲ ਸਾਂਝ ਪਾਈਏ। ਆਸਾ ਤਿਪਦਾ ਇੱਕ ਤੁਕਾ। ਆਸਾ ਰਾਗ ਦੇ ਵਿੱਚ 3 ਪੌੜੀਆਂ ਵਾਲਾ ਇਹ ਇੱਕ ਤੁਕਾ ਸ਼ਬਦ ਹੈ। ਕਿਉ ਸਿੰਗਾਰ ਮਿਲਨ ਕੇ ਤਾਈ, ਹਰ ਨਾ ਮਿਲੇ ਜਗ ਜੀਵਨ ਗੁਸਾਈ। ਸ਼ਿੰਗਾਰ ਬੜੇ ਕੀਤੇ ਪਰ ਰੱਬ ਮਿਲਿਆ ਨਹੀਂ ਹੈ। ਭਾਵ ਬਾਹਰੋਂ ਬੜਾ ਅਡੰਬਰ ਕੀਤਾ, ਤੀਰਥਾਂ 'ਤੇ ਵੀ ਗਿਆ, ਬੜੇ ਨੇਮ ਕੀਤੇ, ਪਰ ਅੰਦਰ ਆਨੰਦ ਨਹੀਂ ਬਣਿਆ। ਉਹ ਵਾਹਿਗੁਰੂ ਸਾਰੇ ਜਗਤ ਦਾ ਜੀਵਨ ਗੁਸਾਈ, ਧਰਤੀ ਦਾ ਜੋ ਮਾਲਕ ਹੈ, ਸਾਈਂ ਹੈ, ਉਹ ਮੈਨੂੰ ਮਿਲਿਆ ਨਹੀਂ ਹੈ। ਹਰ ਮੇਰੋ ਪਿਰੋ ਹਰ ਕੀ ਬੋਰੀਆ। ਵਾਹਿਗੁਰੂ ਮੇਰਾ ਖਸਮ ਔਰ ਮੈਂ ਉਹਦੀ ਵਹੁਟੀ ਹਾਂ, ਪਤਨੀ ਹਾਂ। ਰਾਮ ਬੜੇ ਮੈਂ ਤਨਕ ਲਹੋਰੀਆ। ਨਾ ਮਿਲਣ ਦਾ ਕਾਰਨ ਉਹ ਵਾਹਿਗੁਰੂ ਬਹੁਤ ਵੱਡਾ ਹੈ ਅਤੇ ਅਸੀਂ ਬਹੁਤ ਛੋਟੇ ਹਾਂ। ਉਹ ਕਿਵੇਂ? ਵਾਹਿਗੁਰੂ ਸਰਬ ਗੁਣਾਂ ਦਾ ਗਿਆਤਾ ਸਮੁੰਦਰ ਹੈ, ਅਸੀਂ ਜੀਵ, ਸਾਡੇ ਵਿੱਚ ਇੱਕ ਵੀ ਯੋਗ ਗੁਣ ਨਹੀਂ ਹੈ। ਅਸੀਂ ਗੁਣਾਂ ਕਰਕੇ ਛੋਟੇ ਹਾਂ। ਗੁਣਾਂ ਕਰਕੇ ਦੁਨੀਆ ਵਿੱਚ ਵੇਖੋ, ਜੇ ਕੋਈ ਮਨੁੱਖ ਵੱਡਾ ਹੈ ਉਹ ਕਿਵੇਂ ਵੱਡਾ ਹੈ? ਗੁਣਾਂ ਕਰਕੇ ਵੱਡਾ ਹੈ। ਉਹਦੇ ਵਿੱਚ ਕੋਈ ਨਾ ਕੋਈ ਗੁਣ ਹੈ, ਨਹੀਂ ਤੇ ਸਰੀਰ ਕਰਕੇ ਕੋਈ ਵੱਡਾ ਨਹੀਂ ਮੰਨਿਆ ਗਿਆ। ਵੱਡਾ ਉਹਨੂੰ ਮੰਨਿਆ ਜਾਂਦਾ ਜਿਹਦੇ ਵਿੱਚ ਵੱਡੇ ਚੰਗੇ ਗੁਣ ਹੋਣ। ਇਸੇ ਤਰ੍ਹਾਂ ਗੁਰਮੁਖੋ ਵਾਹਿਗੁਰੂ ਵਿੱਚ ਤਾਂ ਗੁਣ ਹੀ ਗੁਣ ਹਨ। ਅਸੀਂ ਛੋਟੇ ਹਾਂ, ਕਿਵੇਂ? ਸਾਡੇ ਵਿੱਚ ਔਗਣ ਹੀ ਔਗਣ ਹਨ। ਇਹ ਕਾਰਨ ਹੈ ਕਿ ਰੱਬ ਸਾਨੂੰ ਪ੍ਰਾਪਤ ਨਹੀਂ ਹੋਇਆ। ਇਹ ਫਿਰ ਕਿਵੇਂ ਹੋਵੇਗਾ? ਇਹਦਾ ਸਵਾਲ ਦਾ ਜਵਾਬ ਵੀ ਬਾਬਾ ਫਰੀਦ ਜੀ ਨੇ ਦਿੱਤਾ ਹੈ। ਬਾਬਾ ਫਰੀਦ ਜੀ ਕਹਿੰਦੇ, ਰੱਬ ਕਹਿੰਦਾ ਹੈ, ਖੁਦਾ ਕਹਿੰਦਾ ਹੈ, ਪਰਮਾਤਮਾ ਕਹਿੰਦਾ ਹੈ, ਆਪ ਸਵਾਰੇ ਮੈਂ ਮਿਲਾਂ, ਮੈਂ ਮਿਲਿਆ ਸੁਖ ਹੋਏ ਫਰੀਦਾ। ਜੇ ਤੂੰ ਮੇਰਾ ਹੋਏ ਰੇ ਸਭ ਜਗ ਤੇਰਾ ਹੋਏ। ਆਪਣੇ ਆਪ ਨੂੰ ਸਵਾਰ ਲੈ। ਆਪਣੇ ਆਪ ਨੂੰ ਕਿਵੇਂ ਸਵਾਰਾਂਗੇ? ਇੱਕ ਬੱਚੇ ਨੇ ਆਪਣੇ ਆਪ ਨੂੰ ਸਵਾਰਨਾ ਕੀ ਕਰੇ? ਉਹ ਸਕੂਲ ਵਿੱਚ ਜਾਵੇ, ਵਿੱਦਿਆ ਲਵੇ। ਭਾਵ ਕਿਸੇ ਨੇ ਵੀ ਆਪਣੇ ਜੀਵਨ ਨੂੰ ਸ਼ਿੰਗਾਰਨਾ ਕਿਸੇ ਤਰ੍ਹਾਂ, ਉਹ ਚੰਗੇ ਗੁਣ ਸਿੱਖਣ ਲੱਗ ਜਾਵੇ। ਉਹਦਾ ਰੰਗ ਭਾਵੇਂ ਕਿਸ ਤਰ੍ਹਾਂ ਦਾ ਹੋਵੇ, ਸ਼ਕਲ ਕਿਸ ਤਰ੍ਹਾਂ ਦੀ ਹੋਵੇ, ਦੁਨੀਆ ਨੂੰ ਸੋਹਣਾ ਲੱਗਣ ਲੱਗ ਜਾਂਦਾ ਜਦੋਂ ਉਹਦੇ ਵਿੱਚ ਗੁਣ ਆ ਜਾਣ। ਇਸੇ ਤਰ੍ਹਾਂ ਜਦੋਂ ਆਪਣੇ ਵਿੱਚ ਚੰਗੇ ਗੁਣ ਆ ਗਏ ਤੇ ਆਪਾਂ ਰੱਬ ਦੇ ਘਰ ਵਿੱਚ ਪ੍ਰਵਾਨ ਹੋਵਾਂਗੇ। ਗੁਣ ਸਾਂਝ ਕਰੀਜੈ ਗੁਣੈ ਕੇਰੀ, ਛੋੜ ਅਵਗੁਣ ਚੱਲੀਐ। ਦੁਨੀਆ ਵਿੱਚ ਕਦਰ ਕਿਹਦੀ ਹੁੰਦੀ ਹੈ? ਜਿਹਦੇ ਵਿੱਚ ਚੰਗੇ ਗੁਣ ਹੋਣ। ਤੋ ਭਗਤ ਕਬੀਰ ਸਾਹਿਬ ਜੀ ਫਰਮਾਨ ਕਰਦੇ ਨੇ,
रहाओ विश्राम दे के धन फिर एकै संग बसेरा, सेज एक पै मिल दुहेरा। धन इस्त्री फिर पति ਇੱਕੋ ਥਾਂ 'ਤੇ ਵਸ ਹੈ। ਸਾਡੇ ਹਿਰਦੇ ਦੇ ਵਿੱਚ ਹੀ ਉਹ ਵਾਹਿਗੁਰੂ ਵਸਦਾ ਅਤੇ ਆਤਮਾ ਵੀ ਇੱਥੇ ਹੀ ਰਹਿੰਦੀ ਸਰੀਰ ਦੇ ਵਿੱਚ ਹੀ, ਪਰ ਮਿਲਾਪ ਨਹੀਂ ਹੋ ਰਿਹਾ ਪਰਮਾਤਮਾ ਦੇ ਨਾਲ। ਬੜਾ ਔਖਾ ਮਿਲਣਾ ਹੋ ਰਿਹਾ ਹੈ ਇੱਕੋ ਥਾਂ 'ਤੇ ਇੱਕੋ ਘਰ ਵਿੱਚ ਰਹਿੰਦਿਆਂ ਹੋਇਆਂ। ਧਨ ਸੁਹਾਗਣ ਜੋ ਪੀਆ ਭਾਵੈ, ਕਹਿ ਕਬੀਰ ਫਿਰ ਜਨਮ ਨਾ ਆਵੈ। ਉਹ ਸੁਹਾਗਣ ਗੁਰਮੁਖ ਧਨ ਹੈ ਜੋ ਆਪਣੇ ਪਤੀ ਪਰਮਾਤਮਾ ਨੂੰ ਭਾ ਗਿਆ ਹੈ। ਭਾਵ ਜਿਹਨੇ ਚੰਗੇ ਗੁਣ ਧਾਰਨ ਕੀਤੇ ਉਹ ਪਰਮਾਤਮਾ ਕੋਲ ਪ੍ਰਵਾਨ ਹੋਇਆ ਹੈ। ਅਤੇ ਭਗਤ ਕਬੀਰ ਸਾਹਿਬ ਕਹਿੰਦੇ, ਕਹਿ ਕਬੀਰ ਫਿਰ ਜਨਮ ਨਾ ਆਵੈ। ਉਹ ਗੁਰਮੁਖ ਮੁੜ ਕੇ ਆਵਾਗਮਨ ਦੇ ਚੱਕਰ ਵਿੱਚ ਨਹੀਂ ਪਵੇਗਾ। ਇਸ ਤਰ੍ਹਾਂ ਭਗਤ ਕਬੀਰ ਸਾਹਿਬ ਜੀ ਪਾਵਨ ਸ਼ਬਦ ਦੁਆਰਾ ਸਾਨੂੰ ਉਪਦੇਸ਼ ਦਿੱਤਾ ਹੈ ਪਰਮਾਤਮਾ ਦੀ ਭਗਤੀ ਕਰਨ ਦਾ। ਇਸਤਰੀ ਦਾ ਅਲੰਕਾਰ ਵਰਤ ਕੇ ਸਤਿਗੁਰੂ ਜੀ ਮਹਿਰਾਮਤ ਕਰਨ, ਸ਼ੁਭ ਗੁਣਾਂ ਦੇ ਧਾਰਨੀ ਹੋਈਏ, ਤਾਂ ਜੋ ਬਾਣੀ ਪੜ੍ਹੀ ਦਾ ਸੁਣੀ ਦਾ ਯਥਾਰਥ ਸਾਨੂੰ ਲਾਭ ਹੋਵੇ। ਹੋਈਆਂ ਭੁੱਲਾਂ ਦੀ ਖਿਮਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ।